सूही महला पंजवा। तन सुहागन जो प्रभु पछानै, मानै हुकम तजै अभिमानै। तन सुहागन जो प्रभु पछानै, मानै हुकम तजै अभिमानै। प्रेयस्यों राती रलियां मानै, सुन सखिए प्रभ मिलन निशानी। मन तन अरप तज लाज लोकानी। रहा सखी सहेली को समझावै, सोई कमावै जो प्रभ भावै। सासो हागण अंक समावै, गर्भ गहेली महल न पावै। फिर पछुतावै जब रैन विहावै, कर्महीन मन मुख दुख पावै। बिनौ करी जे जाना दूर, प्रभ अविनाशी रहया भरपूर। जन नानक गावै देख हदूर। बिनौ करी जे जाना दूर, प्रभ अविनाशी रहया भरपूर। जन नानक गावै देख हदूर। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। परिपूर्ण अकाल पुरख वाहिगुरु जी महाराज जी की अपर अपार बख्शिश है। इस जीवन के चलते सफ़र विच एक होर प्रभात असी सारे वेख रहे हैं, मान रहे हैं। जो ये संध्या समा होया है, इस पूरे गुजरते दिन दे नाल ये समा शाम के दीवान का गुरुद्वारा साहिब दे विच पवित्र पावन गुरबाणी कीर्तन अजे हुणे रागी वीर आप नूं सरवण करवा रहे सी। हुण वक्त बनिया है गुरबाणी विवेचना का, व्याख्यान का, जिस अंदर लड़ीवार संदेश असी विचारते हाँ। रचना राग सूही दी है जो विचारी जा रही है। गुरु अर्जन पातशाह द्वारा उचरित किए गए उपदेश ने शब्द रूप आपने जो हुणे चार पदियां के रूप में सरवण किया है। विचार की प्रारंभता मुख सुनेहे दे बंद रहाओ दे पदे तो करते हैं। गुरुदेव जिक्र करते ने, सुन सखिए प्रभ मिलन निशानी, मन तन अरप तज लाज लोकानी। रहाओ सुन सखिए प्रभ मिलन निशानी। इस तो पहला कि मैं अखरी अर्थ करके ये भाव नूं उस लैवल ते जो हैगा उहदी विवेचना विच लैके आवां, उहनूं इंटरप्रटेशन विच लैके चलीए। असीं कुछ बातां बुनियादी तौर पर करनियां जरूरी ने। ये गुरु ग्रंथ साहब की बाणी है जिसने
ਮਨੁੱਖ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਰੱਬ, ਉਹ ਕਰਤਾਰ, ਉਹ ਅੱਲਾ, ਉਹ ਮੌਲਾ, ਉਹ ਗॉड, ਵਟ ਐਵਰ ਨੇਮ ਵੀ ਹੈਵ, ਉਹ ਤੇਰੇ ਆਪਣੇ ਵਿੱਚ ਆ, ਤੇਰੇ ਆਲੇ ਦੁਆਲੇ ਹੈ, ਤੇਰੇ ਤੋਂ ਬਾਹਰ ਨਹੀਂ। ਇੱਕ ਚੀਜ਼। ਦੂਸਰਾ, ਜਿਹੜਾ ਉਹਦੇ ਨਾਲ ਸਾਂਝ ਦਾ ਤਰੀਕਾ ਆ, ਉਹ ਸ਼ਬਦ ਇਹ ਹੈ ਕਿ ਇਹ ਪ੍ਰੇਮਾ ਭਗਤੀ ਹੈ। ਸਵਈਆਂ 'ਚ ਅਸੀਂ ਪੜ੍ਹਦੇ ਹਾਂ, ਸਾਚ ਕਹੋ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਫਿਰ ਪ੍ਰੇਮ ਦੀਆਂ ਅੱਗੇ ਕਈ ਵੱਖਰੀਆਂ ਵੱਖਰੀਆਂ ਵੰਨਗੀਆਂ ਨੇ, ਉਹਦੀਆਂ ਕਈ ਡਿਫਰੈਂਟ ਲੇਅਰਸ ਬਣਦੀਆਂ ਨੇ। ਜੋ ਅਸੀਂ ਧਰਮ ਸ਼ਾਸਤਰਾਂ ਦੇ ਵਿੱਚ, ਖਾਸ ਕਰਕੇ ਈਸਟਰਨ ਸਕੂਲ ਆਫ ਥਾਟ ਦੇ ਅੰਦਰ, ਭਾਰਤੀ ਖਿੱਤੇ ਦੇ ਵਿੱਚ ਜਿਹੜੀ ਹਜ਼ਾਰਾਂ ਸਾਲਾਂ ਤੋਂ ਬੜੀ ਕਹਿੰਦੇ ਨੇ ਉਮਦਾ ਆਈਡੀਓਲੋਜੀ ਪੈਦਾ ਹੋਈ, ਉਹਦੇ 'ਚ ਇੱਕ ਖਾਸ ਗੱਲ ਇਹ ਰਹੀ ਕਿ ਜੇ ਤੁਸੀਂ if you want to enjoy spirituality, then very first step is you have to renounce this world. ਤੁਹਾਨੂੰ ਇਹ ਸੰਸਾਰ ਤਿਆਗਣਾ ਪਏਗਾ। ਇਹ ਸੰਸਾਰ ਤਿਆਗ ਕੇ ਨਿਰੰਕਾਰ ਜਾਂ ਉਹ ਪਾਰ ਬ੍ਰਹਮ ਜਾਂ ਉਹ ਰੱਬ ਜਿਹੜਾ ਹੈਗਾ ਉਹ ਮਿਲੇਗਾ। ਬਾਣੀ ਨੇ ਕਿਹਾ ਐਸਾ ਨਹੀਂ ਹੈਗਾ। ਇਹ ਸੰਸਾਰ ਤਿਆਗਣ ਦਾ ਮਤਲਬ ਕੀ ਹੈ? ਸੰਸਾਰ ਤਿਆਗਣ ਦਾ ਮਤਲਬ ਇਹ ਹੈ ਗ੍ਰਸਥ ਛੱਡਣਾ, ਬੱਚੇ ਛੱਡਣੇ, ਇਸਤਰੀ ਦਾ ਤਿਆਗ ਕਰਨਾ। ਖਾਸ ਕਰਕੇ ਇਸਤਰੀ ਦਾ ਤਿਆਗ ਤਾਂ ਮੈਂ ਕਹਿ ਰਿਹਾ ਕਿਉਂਕਿ ਇਸਤਰੀ ਦਾ ਤਾਂ ਹੱਕ ਹੀ ਕੋਈ ਨਹੀਂ ਸੀਗਾ, ਬੰਦੇ ਨੂੰ ਸਾਰੇ ਹੱਕ ਸੀਗੇ ਧਾਰਮਿਕ ਤੌਰ 'ਤੇ ਵੀ। ਉਹਨੇ ਹੀ ਆਪਣੀ ਸੈਲਵੇਸ਼ਨ ਲੱਭਣੀ। ਉਹ ਤਾਂ ਜਿਵੇਂ ਅਸੀਂ ਵਾਕ ਪੜ੍ਹਦੇ ਨਾ ਭਗਤਾਂ ਦੇ, ਅਤੇ ਭਗਤ ਕਈ ਵਾਰੀ ਬੜੇ ਵਿਅੰਗਾਤਮਕ ਪੱਖ ਦੇ ਨਾਲ, ਬੜੇ ਟਾਉਂਟਿੰਗ ਮੈਨਰਸ ਦੇ ਵਿੱਚ ਵੀ ਕਈ ਵਾਰੀ ਬਾਤ ਕਰਦੇ, ਉਸ ਲੈਵਲ 'ਤੇ ਲੈ ਕੇ ਜਾਂਦੇ ਜਿੱਥੇ, ਕਿਉਂਕਿ ਬ੍ਰਾਹਮਣੀ ਨਿਜ਼ਾਮ ਨੇ ਜੋ ਸਥਾਪਿਤ ਕੀਤਾ, ਜੋ ਸਟੈਬਲਿਸ਼ ਕੀਤਾ, ਉਹ ਇਤਨਾ ਜ਼ਿਆਦਾ ਜਿਹਨੂੰ ਕਿਹਾ ਜਾਏ ਨੌਨਸੈਂਸ ਸੀਗਾ। ਉਹਨਾਂ ਨੇ ਉਹਦੇ 'ਤੇ ਕਟਾਖ ਕੀਤੇ। ਉਹਨਾਂ ਬਿਆਨ ਕੀਤਾ, ਜਿਵੇਂ ਅਸੀਂ ਭਗਤ ਜੀ ਦੇ ਸ਼ਬਦ ਪੜ੍ਹਦੇ ਹਾਂ, ਉਹ ਕਹਿੰਦੇ ਕਿ ਗੱਲ ਇਹ ਹੈ ਕਿ ਆਪਾਂ ਤੇ ਸਾਰੇ ਦੇਵੀ ਦੇਵਤੇ ਛੱਡ ਦਿੱਤੇ, ਵੀ ਹੋਂ ਤੋਂ ਏਕ ਰਮਈਆ ਲੈ ਹੋਂ ਆਨ ਦੇਵ ਬਦਲਾਵ ਨ ਦੇ ਹੋਂ। ਆਪਾਂ ਸਾਰੇ ਦੇਵੀ ਦੇਵਤੇ ਬਦਲੇ 'ਚ ਦੇ ਕੇ ਇੱਕ ਰਮਈਆ, ਰਮੇ ਹੋਏ ਸਭ ਦੇ 'ਚ ਵਸਦੀ ਉਸ ਹਸਤੀ ਦੇ ਨਾਲ ਸਾਂਝ ਬਣਾ ਲਈ ਹੈ। ਆਪਾਂ ਕੋਈ ਦੇਵੀ ਦੇਵਤਾ ਨਹੀਂ ਪੂਜਣਾ। ਕਾਹਦੇ ਲਈ ਪੂਜਾਂਗੇ? ਸ਼ਬਦ ਹੈ ਦੇਵੀ ਦੇਵਾ ਪੂਜੀਆ ਭਾਈ, ਕਿਆ ਮੰਗੋ ਕਿਆ ਦੇ, ਪਾਹਨ ਨੀਰ ਪਖਾਲੀਆ ਜਲ ਮੈਂ ਬੂਢ ਹੈ ਕਿ। ਭਾਈ ਇਹਨਾਂ ਤੋਂ ਲੈਣਾ ਕੀ ਹੈ? ਕਹਿੰਦੇ ਨੇ ਪਾਣੀ 'ਚ ਤਰਨਾ ਹੋਏ ਤੇ ਬੇੜੀ ਲੱਕੜ ਦੀ ਚਾਹੀਦੀ ਹੈ, ਪੱਥਰ ਦਾ ਤੇ ਬੇੜਾ ਬਣਾ ਕੇ ਬੰਦਾ ਵੈਸੇ ਹੀ ਡੁੱਬ ਜਾਏਗਾ। ਸੋ ਆਪਾਂ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਭਗਤ ਨਾਮਦੇਵ ਜੀ ਦੇ ਅਸੀਂ ਕਈ ਵਾਰੀ ਸ਼ਬਦਾਂ ਨੂੰ ਪੜ੍ਹਦੇ ਹਾਂ ਤੇ ਕੋਟ ਕਰਦੇ ਹਾਂ, ਉਹ 'ਚ ਜ਼ਿਕਰ ਕਰਦੇ ਨੇ ਵੀ ਪਾਂਡੇ ਤੁਮਰਾ ਰਾਮ ਚੰਦਰ ਸੋਪੀ ਆਵਤ ਦੇਖਿਆ ਥਾ। ਉਹ ਇਸ ਤਰੀਕੇ ਨਾਲ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਦੇ। ਉਹ ਕਹਿੰਦੇ ਵੀ ਪੰਡਤ ਤੇਰਾ ਬਣਾਇਆ ਦੇਵਤਾ ਹੈ, ਤੇਰੀ ਬਣਾਈ ਧਾਰਨਾ ਹੈ, ਤੇਰੀ ਰਾਏ ਹੈ। ਇਸ ਰੂਪ ਵਿੱਚ ਤੁਮਰਾ ਰਾਮ ਚੰਦਰ, ਇਸ ਰੂਪ ਵਿੱਚ ਬਾਤ ਕੀਤੀ ਹੈਗੀ। ਉਹਨਾਂ ਉਹ ਸਾਰੇ ਬਾਤ ਕੀਤੀ। ਕਿਸੇ ਨੇ ਕਿਹਾ ਭਗਤ ਜੀ ਇੰਨਾ ਮਲਾਲ ਕਿਉਂ ਕਰਦੇ ਹੋ, ਦੇਵਤੇ ਨਹੀਂ ਚੰਗੇ ਲੱਗਦੇ? ਤੇ ਛੱਡੋ ਪਰਾਂ, ਜਿਹੜਾ ਹੈਗਾ ਉਹ ਕਿਹਾ ਗਿਆ ਕਿ ਭੈਰੋ ਭੂਤ ਸ਼ੀਤਲਾ ਧਾਵੈ ਖਰ ਪਾਹਨ, ਉਹ ਜਿਹੜਾ ਹੈਗਾ ਉਸ ਰੂਪ ਵਿੱਚ ਮਿੱਟੀ ਉਡਾ ਰਿਹਾ, ਤੋਂ ਇਹੋ ਜਿਹੀਆਂ ਬਾਤਾਂ ਸਾਰੀਆਂ ਕੀਤੀਆਂ ਗਈਆਂ। ਖਰ ਪਾਹਨ ਉਛਾਰ ਉਡਾਵੈ, ਉਹ ਤੇ ਮਿੱਟੀ ਉਡਾ ਰਿਹਾ ਸਾਰੀ, ਮੈਂ ਕੀ ਲੈਣਾ? ਕਿਸੇ ਨੇ ਕਿਹਾ ਭਗਤ ਜੀ ਗੱਲ ਇਹ ਹੈ, ਤੁਸੀਂ ਦੇਵਤੇ ਨਹੀਂ ਲੈਣੇ ਨਾ, ਦੇਵੀਆਂ ਦੀ ਪੂਜਾ ਕਰ ਲਓ, ਦੇਵੀਆਂ ਤੇ ਬੜੀਆਂ ਭਲੀਆਂ ਨੇ ਉਸ ਤਰੀਕੇ ਨਾਲ। ਤੇ ਭਗਤ ਜੀ ਨੇ ਕਿਹਾ ਤੁਮ ਕਹੀਅਤ ਹੋ ਆਦ ਭਵਾਨੀ। ਕਹਿੰਦੇ ਨੇ ਵੀ ਸਭ ਤੋਂ ਜਿਹੜੀ ਆਦਿ ਦੇਵੀ ਸ਼ਕਤੀ ਉਹ ਭਵਾਨੀ ਹੈ, ਭਵਾਨੀ ਸ਼ੰਕਰ ਜਿੱਥੋਂ ਬਾਤ ਬਣੀ ਹੈ ਸਾਰੇ ਦੇ ਸਾਰੇ। ਕਿ ਤੁਮ ਕਹੀਅਤ ਹੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਮੰਨਿਆ ਗਿਆ ਕਿ ਇਸਤਰੀ ਦਾ ਜਾਮਾ ਤੇ ਮੁਕਤ ਹੀ ਨਹੀਂ ਹੁੰਦਾ, ਬਲਕਿ ਇੱਥੋਂ ਤੱਕ ਵੀ ਰਾਵਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ ਕਿ ਮਾਈਆਂ ਵਿਚਾਰੀਆਂ ਗੰਗਾ ਜਾਂ ਕਿਸੇ ਦਰਿਆ 'ਚ ਜਾ ਕੇ ਨਹਾਉਂਦੀਆਂ ਤੇ ਨਹਾਉਂਦੀਆਂ ਹੋਈਆਂ ਚੁੱਭੇ ਲਾਉਂਦੀਆਂ ਤੇ ਨਾਲੇ ਇਹ ਕਹਿੰਦੀਆਂ ਵੀ ਇਸ ਵਾਰੀ ਤੇ ਚਲੋ ਔਰਤ ਦਾ ਜਾਮਾ ਆ, ਅਗਲੀ ਵਾਰੀ ਹੇ ਪ੍ਰਭੂ, ਹੇ ਰੱਬ, ਹੇ ਬ੍ਰਹਮ ਸਰੂਪ ਤਰਸ ਕਰੀ ਤੇ ਮੈਨੂੰ ਨਾ ਮਨੁੱਖ ਮਰਦ ਦਾ ਜਾਮਾ ਦੇਈ, ਤਾਂ ਕਿ ਮੁਕਤੀ ਵਾਸਤੇ ਤੇ ਕੁਝ ਐਫਰਟ ਕਰ ਸਕਾਂਗੇ, ਕਿਉਂਕਿ ਔਰਤ ਤੇ ਮੁਕਤੀ ਨਹੀਂ। ਉਹਨੂੰ ਤੇ ਧਰਮ ਕਰਮ ਵਾਸਤੇ ਉਹਨੂੰ ਤੇ ਸ਼ੂਦਰ ਤੋਂ ਵੀ ਨੀਵੇਂ ਮੰਨਿਆ ਗਿਆ। ਅਸੀਂ ਤੇ ਵਾਕ ਪੜ੍ਹਦੇ ਨਾ ਵੀ ਢੋਰ ਗਵਾਰ ਸ਼ੂਦਰ ਪਸ਼ੂ ਨਾੜੀ, ਇਹ ਸਭ ਤਾੜਨ ਕੇ ਅਧਿਕਾਰੀ। ਇਹ ਤੇ ਪਸ਼ੂ ਜੂਣ ਦੇ ਬਰਾਬਰ ਆ। ਪਸ਼ੂ ਡੰਡੇ ਨਾਲ ਚੱਲਦਾ, ਇਹਨਾਂ ਨੂੰ ਡੰਡੇ ਨਾਲ ਚਲਾਓ, ਇਸ ਕਿਸਮ ਦੀ ਬਾਤ ਹੋਈ। ਸੋ ਐਸੇ
ਸਟਰਕਚਰ ਦੇ ਵਿੱਚ ਮਨੁੱਖ ਨੂੰ ਹਕੂਕ, ਮਰਦ ਨੂੰ ਹਕੂਕ ਦੇ ਦਿੱਤੇ ਗਏ ਵੀ ਮਰਦ ਹੀ ਜਿਹੜਾ ਮੁਕਤ ਹੋ ਸਕਦਾ। ਉਹਦੀ ਮੁਕਤੀ ਦਾ ਸਾਧਨ ਵੀ ਇਹ ਹੈ ਕਿ ਉਹ ਰਿਨਾਊਂਸ ਕਰੇ ਇਸ ਦੁਨੀਆ ਨੂੰ, ਛੱਡੇ, ਇਸਤਰੀ ਛੱਡੇ, ਘਰ ਛੱਡੇ, ਬੱਚੇ ਛੱਡੇ, ਸਭ ਚੀਜ਼ਾਂ ਤਿਆਗ ਕੇ ਜਾਏ ਉਸ ਰੂਪ ਦੇ ਵਿੱਚ। ਤੇ ਖਾਸ ਕਰਕੇ ਜਿਹੜਾ ਗ੍ਰਸਤ ਆ, ਜਿਹਨੂੰ ਅਸੀਂ ਇੰਟੀਮੇਸੀ ਕਹਿੰਦੇ ਹੈਗੇ, ਦੈਟ ਇਜ਼ ਅਨਐਕਸੈਪਟੇਬਲ। ਇਹ ਤੇ ਹੋ ਹੀ ਨਹੀਂ ਸਕਦਾ ਵੀ ਇਹ ਕਿਸੇ ਤਰੀਕੇ ਨੇ, ਇਹ ਤੇ ਸਪਿਰਿਚੁਅਲਿਟੀ ਦੇ ਲੈਵਲ ਦੇ ਉੱਤੇ, ਸਪਿਰਿਚੁਅਲ ਸਾਈਡ ਤੇ ਜਾਣ ਵਾਸਤੇ ਜ਼ਹਿਰ ਆ। ਮਹਾਰਾਜ ਨੇ ਬਾਣੀ ਰਗੀ ਰਚਨਾ ਰਚੀ ਤੇ ਦੱਸਿਆ what is the difference between lust and love। ਸਨੇਹਤਾ ਤੇ ਵਾਸ਼ਨਾ, ਇਹਦੇ 'ਚ ਫਰਕ ਦੇਖੋ ਕੀ ਹੈ। ਸੰਸਾਰ ਭੋਗਣ ਵਾਸਤੇ ਨਹੀਂ ਮਿਲਿਆ, ਮਾਨਣ ਵਾਸਤੇ ਮਿਲਿਆ, ਜੀਣ ਵਾਸਤੇ ਮਿਲਿਆ, ਉਹਨੂੰ ਸਰੂਪ ਵਿੱਚ ਮਾਣੋ। ਇੱਥੇ ਜਿਹੜੀ ਪ੍ਰੇਮ ਦੀ ਪਰਿਭਾਸ਼ਾ ਹੈ ਡਿਫਰੈਂਟ ਲੈਵਲ ਤੇ ਆ ਜਾਂਦੀ ਹੈ। ਮਾਫੀ ਮੰਗਾਂਗਾ ਮੈਂ, ਅਸੀਂ ਆਪਣੇ ਆਪ ਲਈ ਵੀ ਤੇ ਘਰਾਂ ਥਾਵਾਂ ਤੇ ਆਪਣੇ ਬੱਚਿਆਂ ਲਈ ਵੀ ਵੀ ਆਰ ਟੋਟਲੀ ਐਕਚੁਅਲੀ ਆਈ ਕੈਨ ਸੇ ਅਸੀਂ ਟੈਬੂਜ਼ ਬਣਾ ਲਏ ਨੇ। ਕਿਹੜਾ ਸ਼ਖਸ ਆ ਜਿਹੜਾ ਇਸ ਤਰੀਕੇ ਨਾਲ ਰਿਲੇਸ਼ਨਸ਼ਿਪਸ ਬਾਰੇ ਬਾਤ ਕਰਦਾ ਹੈਗਾ? Do we have proper information where we can teach our own kids what is the difference between romance and lust? We are not able to actually differentiate between these things, then definitely ਉਹ ਤੇ ਸਟਕ ਹੋਣਗੇ ਕਿਤੇ ਨਾ ਕਿਤੇ। ਜਿਹੜੀ ਲੈਕ ਆਫ ਇਨਫੋਰਮੇਸ਼ਨ ਆ, ਜਿਹੜੀ ਉਸ ਕਿਸਮ ਦੀ ਵਾਜਬ ਜਾਣਕਾਰੀ ਹੈ, ਫਿਰ ਉਹ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਕਿਸੇ ਗਲਤ ਟਰੈਪ ਤੇ ਪਾ ਦੇਗੀ। ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਸ਼ਬਦਾਂ ਦੇ ਜ਼ਰੀਏ ਜਿਹੜੀ ਚੀਜ਼ ਬਿਆਨ ਕੀਤੀ, ਜਿਹੜੀ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਆ, ਜਿਹੜੀ ਗ੍ਰਸਤ ਜੀਵਨ ਨੂੰ ਮਾਣਦੇ ਹੋਏ ਇੱਕ ਸਨੇਹਤਾ ਦਾ ਰੰਗ ਦੀ ਬਾਤ ਆ, ਉਹਦੀ ਬਾਤ ਬਾਣੀ ਵਿੱਚ ਕੀਤੀ ਤੇ ਇੱਕ ਸਪਿਰਿਚੁਅਲ ਲੈਵਲ ਤੇ ਕੀਤੀ ਲਿਜਾ ਕੇ, ਜਿੱਥੇ ਦੱਸਿਆ ਗਿਆ ਸਾਡੀ ਆਤਮਾ ਦਾ ਉਸ ਪਰਿਪੂਰਨ ਪਾਰ ਬ੍ਰਹਮ ਜੀ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੋਏਗਾ। ਉੱਥੇ ਮਹਿਬੂਬ ਤੇ ਮਾਸ਼ੂਕ, ਜਿਹੜਾ ਸੂਫੀਆਂ ਨੇ ਵੀ ਰੰਗ ਬੜਾ ਚਿਤਰਿਆ ਦੇ ਬਾਬਤ, ਉਹ ਰਿਸ਼ਤੇ ਦੀ ਬਾਤ ਲਿਆਂਦੀ ਹੈ। ਇਹ ਸ਼ਬਦ ਵੀ ਇਸੇ ਕਿਸਮ ਦੇ ਨਾਲ, ਇੱਕ ਪਤੀ ਹੈ, ਦੂਸਰੀ ਪਤਨੀ ਹੈ, ਇੱਕ ਪਿਰ ਆ, ਦੂਸਰੀ ਧਨ ਆ, ਤੇ ਉਸ ਪਿਰ ਤੇ ਧਨ ਦੇ ਅਹਿਸਾਸ ਨੂੰ ਇਸ ਲੈਵਲ ਤੇ ਲਿਆਂਦਾ ਗਿਆ ਇਸ ਤਰੀਕੇ ਨਾਲ। ਹੁਣ ਇਹਨੂੰ ਇਸ ਤਰ੍ਹਾਂ ਜਾਣੋ, ਜੇ ਅਸੀਂ ਕਿਸੇ ਨੂੰ ਪਿਰ ਦਾ ਰੋਲ ਮਿਲਿਆ ਸਮਾਜ ਦੇ ਵਿੱਚ, ਕਿਸੇ ਨੂੰ ਧਨ ਦਾ ਰੋਲ ਮਿਲਿਆ ਸਮਾਜ ਦੇ ਵਿੱਚ, ਇਸਤਰੀ ਦਾ, ਭਾਈ ਉਸ ਰੋਲ ਨੂੰ ਵਾਜਬ ਢੰਗ ਨਾਲ ਨਿਭਾਉਣਾ ਸਿੱਖੋ। ਜਦੋਂ ਤੁਸੀਂ ਉਹ ਰੋਲ ਨਹੀਂ ਨਿਭਾ ਸਕਦੇ, ਸਪੋਜ਼ ਕਰੋ, ਫਿਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਇੱਕ ਪਤੀ ਜਾਂ ਇੱਕ ਪਤਨੀ ਦੇ ਰੂਪ ਵਿੱਚ ਆਪਣੇ ਆਪ ਨੂੰ, ਉਹਨੂੰ ਪਤੀ ਤੇ ਆਪਣੇ ਆਪ ਨੂੰ ਪਤਨੀ ਦੇ ਰੂਪ ਵਿੱਚ ਕਿਵੇਂ ਪੇਸ਼ ਕਰਾਂਗੇ? ਬਾਣੀ ਨੇ ਕਿਹਾ ਇਹਨਾਂ ਚੀਜ਼ਾਂ ਤੇ ਇਸ ਤਰੀਕੇ ਨਾਲ ਅਹਿਸਾਸ ਕਰੋ। ਹੁਣ ਇਹਦੇ 'ਚ ਕੁਝ ਗੁਣਾਂ ਦੀ ਬਾਤ ਆਏਗੀ, ਉਸ ਜਿਹੜਾ ਹੈਗਾ ਵਰਚੂਜ਼ ਦੀ ਗੱਲ ਆਏਗੀ, ਕੁਆਲਿਟੀਜ਼ ਦੀ ਗੱਲ ਆਏਗੀ, ਪਰ ਉਹਨਾਂ ਕੁਆਲਿਟੀਜ਼ ਨੂੰ ਮਹਾਰਾਜ ਨੇ ਕਿਹਾ ਇਸ ਸਨੇਹਤਾ ਦੇ ਰੰਗ ਤੇ ਤੋਲ ਕੇ ਦੇਖਿਆ ਜੀ। ਮੈਂ ਵਾਕ ਨਾਲ ਪ੍ਰਾਰੰਭ ਕਰ ਲੈਂਦਾ ਵਾਂ। ਬਚਨ ਆ, ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ। ਪ੍ਰਭੂ ਪਤੀ, ਇੱਕ ਸਤਸੰਗੀ ਸਖੀ ਦੂਸਰੀ ਸਤਸੰਗੀ ਸਖੀ ਨੂੰ ਦੱਸ ਰਹੀ ਹੈ, ਆ ਮੈਂ ਤੈਨੂੰ ਦੱਸਾਂ ਪ੍ਰਭੂ ਦੇ ਮਿਲਾਪ ਦੀ ਨਿਸ਼ਾਨੀ ਕੀ ਹੁੰਦੀ ਹੈ, ਉਹਦੇ ਨਾਲ ਸਾਂਝ ਦੀ ਨਿਸ਼ਾਨੀ ਕੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਪੜ੍ਹਦੇ ਹਾਂ ਜਿਹਦੇ 'ਚ ਕੁਚੱਜੀ, ਸੁਚੱਜੀ, ਗੁਣਵੰਤੀ, ਆਪਨੇ ਬਾਣੀ ਦੀਆਂ ਸ਼ਬਦਾਵਾਂ ਪੜ੍ਹੀਆਂ ਹੋਣ। ਮੰਝ ਕੁਚੱਜੀ ਅਮਾਵਣ ਡੋਸੜੇ ਹੋ, ਕਿਉਂ ਸ਼ਹੁ ਰਾਵਣ ਜਾਉ ਜੀਓ, ਇੱਕ ਨੂੰ ਇੱਕ ਚੜ੍ਹੰਦੀਆਂ ਕੌਣ ਜਾਣਾ ਮੇਰਾ ਨਾਉ ਜੀਓ, ਜਿੰਨੀ ਸਖੀ ਚੌਰਾਵਿਆ ਸੇ ਅੰਬੀ ਛਾਵੜੀਆਂ ਜੀਓ। ਤੁਸੀਂ ਦੇਖੋ ਕਿਆ ਮਤਲਬ ਇੱਕ ਰੰਗ ਚਿਤਵਿਆ ਪੂਰੇ ਦਾ ਪੂਰਾ। ਉਹਦੀ ਵਿਆਖਿਆ 'ਚ ਮੈਂ ਉਸ ਲੈਵਲ 'ਤੇ ਜੇ ਸਮਾਂ ਬਣਿਆ ਜਾਵਾਂਗਾ, ਬਟ ਲੈਟ ਮੀ ਐਕਚੁਅਲੀ ਇੱਕ ਐਗਜ਼ਾਮਪਲ ਦੇ ਦੇਣਾ ਮੈਟਾਫੋਰਿਕ ਵੇ ਦੇ ਨਾਲ। ਮੈਂ ਅਰੇਬਿਕ ਲਿਟਰੇਚਰ 'ਚ ਪੜ੍ਹਿਆ ਸੀਗਾ। ਐਗਜ਼ਾਮਪਲ ਤਾਂ ਬੜੀ ਲੰਮੀ ਚੌੜੀ ਟੂਕ ਮਾਤਰ ਬਿਆਨ ਕਰਦਾ ਵਾਂ। ਉਹ 'ਚ ਬਿਆਨ ਇਸ ਤਰੀਕੇ ਨਾਲ ਆ ਕਿ ਇੱਕ ਪਰਿਵਾਰ ਆ, ਕੋਈ ਸ਼ੇਖ ਆ ਬੜਾ ਅਮੀਰ, ਅਰਬੀ ਕਲਚਰ ਜਿਵੇਂ ਹੁੰਦਾ ਆ, ਅਤੇ ਉਹਦੀ ਘਰ ਵਾਲੀ ਹੈ, ਅਤੇ ਉਹਦਾ ਨਾਂ ਕਹਿ ਲਓ ਕਿ ਉਹ ਗੁਣਵੰਤੀ ਹੈ। ਉਹ ਗੁਣਵੰਤੀ ਉਹਦਾ ਨਾਂ ਹੈ, ਗੁਣਵਤੀ ਕਹਿ ਲਓ ਨਾਂ ਉਹਦਾ। ਘਰ ਬੜਾ ਖੁਸ਼ ਹੈ, ਬੜਾ ਵਧੀਆ ਚੱਲ ਰਿਹਾ ਸਭ ਉਸ ਤਰੀਕੇ ਨਾਲ। ਅਤੇ ਉਹਨਾਂ ਦੀ ਕੋਈ
10ਵੀਂ ਸਾਲगिरह आ विआह दी, मतलब क्या जाए कि 10th मैरिज एनिवर्सरी, ਉਹਦੇ ਉੱਤੇ ਜਸ਼ਨ ਰੱਖਿਆ ਗਿਆ ਸ਼ੇਖ ਦੁਆਰਾ ਵੀ। ਬੜਾ ਮੈਂ ਖੁਸ਼ ਹਾਂ, ਮੇਰਾ ਪਰਿਵਾਰ ਬੜਾ ਖੁਸ਼ ਹੈ, ਬੱਚੇ ਨੇ, ਮੇਰੀ ਵਾਈਫ, ਹਸਬੈਂਡ ਵਾਈਫ ਦੀ ਲਾਈਫ ਬੜੀ ਸੋਹਣੀ ਚੱਲ ਰਹੀ ਹੈ। ਜਦੋਂ ਜਸ਼ਨ ਹੁੰਦਾ ਆ, ਪਾਰਟੀ ਹੁੰਦੀ ਹੈ ਉਸ ਤਰੀਕੇ ਦੇ ਨਾਲ, ਉਸ ਸਾਰੀ ਤਰੀਕੇ ਦੇ ਨਾਲ, ਤੇ ਉੱਥੇ ਇੱਕ ਹੋਰ ਇਸਤਰੀ ਆਉਂਦੀ ਹੈ ਕਿਸੇ ਹੋਰ ਮਹਿਮਾਨ ਦੇ ਨਾਲ ਸੱਦੇ ਦੇ ਉੱਤੇ। ਉਹਦਾ ਨਾਂ ਹੈ ਰੂਪਵਤੀ। ਉਹਦੇ ਰੂਪ ਵਿੱਚ ਬੜੀ ਕਸ਼ਿਸ਼ ਆ, ਉਹਨੂੰ ਕੋਈ ਵੇਖਦਾ ਤੋ ਮਿਸਮਰਾਈਜ਼ ਕਰ ਦਿੰਦੀ ਹੈ, ਕਾਈਂਡ ਆਫ ਤਿਲਸਮ ਆ। ਇਹ ਸ਼ੇਖ ਉਹਦੇ ਰੂਪ ਨੂੰ ਵੇਖ ਕੇ ਸ਼ਿਕਾਰ ਹੋ ਜਾਂਦਾ ਉਹਦਾ। ਹੁਣ ਕੀ ਹੋਇਆ, ਉਹਨਾਂ ਦੇ ਕਲਚਰ ਵਿੱਚ ਇੱਕ ਤੋਂ ਵੱਧ ਵਿਆਹ ਅਲਾਓ ਨੇ। ਉਹ ਸਾਲਗਿਰਾ ਤੇ ਮਨਾਈ ਗਈ, ਉਸ ਤੋਂ ਬਾਅਦ 2 4 5 ਦਿਨ ਪਏ, ਉਹ ਰੂਪਵਤੀ ਦੇ ਨਾਲ ਜਿਹੜਾ ਹੈਗਾ ਆਪਣੀ ਉਸ ਤਰੀਕੇ ਨਾਲ ਸਾਂਝ ਵਧੀ, ਉਹਨੇ ਫੈਮਿਲੀ ਨਾਲ ਕੰਟੈਕਟ ਕੀਤਾ। ਅਖੀਰ ਗੱਲ ਆ ਗਈ ਕਿ ਉਹ ਵਿਆਹ ਕਰਾਉਣ ਲੱਗਾ, ਨਿਕਾਹ ਹੋਣ ਲੱਗਾ ਹੁਣ ਉਹਦਾ। ਉਸਦੇ ਬਾਤ ਹੋਈ ਤੇ ਉਹਨੇ ਜਿਹੜੀ ਗੁਣਵਤੀ ਹੈ ਉਹਦੇ ਨਾਲ ਗੱਲ ਕੀਤੀ ਵੀ ਮੈਂ ਵਿਆਹ ਕਰਾਉਣਾ ਇਸ ਤਰੀਕੇ ਨਾਲ। ਗੁਣਵਤੀ ਨੂੰ ਇੱਕਦਮ ਬੜਾ ਝਟਕਾ ਲੱਗਾ, ਸ਼ੌਕ ਲੱਗਾ, ਪਰ ਉਹਦੇ ਪਤੀ ਦੀ ਰਜ਼ਾ ਆ, ਮਰਜ਼ੀ। ਉਹਨੇ ਕਿਹਾ ਵੀ ਨਹੀਂ, ਮੈਂ ਆਪਣੇ ਪਤੀ ਦੀ ਮਰਜ਼ੀ ਤੋਂ ਬਾਹਰ ਥੋੜ੍ਹਾ ਜਾਵਾਂਗੀ। ਉਹਨੇ ਕਿਹਾ ਗੱਲ ਇਹ ਹੈ ਕਿ ਜੋ ਸਦਕੇ ਤੁਸੀਂ, ਤੁਹਾਡੀ ਮਰਜ਼ੀ, ਤੁਸੀਂ ਕਰਾ ਸਕਦੇ ਹੋ ਵਿਆਹ, ਪਰ ਤੁਸੀਂ ਮੈਨੂੰ ਪਿਆਰ ਕਰਦੇ, ਮੈਨੂੰ ਪੁੱਛਿਆ, ਇਹਦੇ ਵਾਸਤੇ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ, ਪਰ ਮੇਰੀਆਂ ਕੁਝ ਇੱਕ ਸ਼ਰਤਾਂ ਨੇ। ਉਹ ਕਹਿੰਦਾ ਬਸ ਜੇ ਤੂੰ ਗੁੱਸੇ ਨਹੀਂ ਹੁੰਦੀ, ਮੇਰੇ ਨਾਲ ਇਸ ਗੱਲ ਤੇ ਡਿਸਐਗਰੀ ਨਹੀਂ ਕਰਦੀ, ਦੈਨ ਆਈ ਵਿਲ ਐਕਸੈਪਟ ਈਜ਼ ਐਂਡ ਐਵਰੀ ਕੰਡੀਸ਼ਨ। ਉਹ ਕਹਿੰਦੀ ਜਸਟ ਠੀਕ ਹੈ। ਫਿਰ ਕੰਡੀਸ਼ਨਸ ਇਹ ਨੇ ਕਿ ਤੁਸੀਂ ਵਿਆਹ ਕਰਾ ਕੇ ਉਸ ਨੂੰ ਲੈ ਕੇ ਇਸ ਘਰ ਨਹੀਂ ਆਓਗੇ ਨਾ, ਆਪਣਾ ਸੈਪਰੇਟ ਇੰਤਜ਼ਾਮ ਕਰੋਗੇ, ਕਿਤੇ ਹੋਰ ਰਹੋਗੇ, ਕੋਈ ਹੋਰ ਆਪਣਾ ਘਰ ਬਣਾਓਗੇ ਉਸ ਤਰੀਕੇ ਨਾਲ। ਉਹ ਕਹਿੰਦਾ ਹੋ ਜਾਏਗਾ। ਇਹ ਕਿਹੜੀ ਗੱਲ, ਆਪਣੇ ਕੋਲੋਂ ਮੇਰੀ, ਆਪਾਂ ਕਿਤੇ ਵੱਖਰਾ ਕੋਈ ਫਲੈਟ ਬੁੱਕ ਕਰ ਲਾਂਗੇ, ਕੋਈ ਆਪਣੇ ਵੱਖਰੀ ਜਿਹੜਾ ਹੈ ਕੋਈ ਘਰ ਮਕਾਨ ਬਣਾ ਲਾਂਗੇ, ਠੀਕ ਹੈ ਜੀ। ਸੈਕਿੰਡ ਇਹ ਹੈਗੀ ਹੈ ਕਿ ਵਿਆਹ ਤੋਂ ਬਾਅਦ ਜੇ ਕਿਤੇ ਤੁਸੀਂ ਮੇਰੇ ਕੋਲ ਕਿਸੇ ਕਿਸਮ ਦੀ ਤੁਹਾਨੂੰ ਕੋਈ ਲੋੜ ਹੋਏ, ਜ਼ਰੂਰਤ ਹੋਏ, ਕੋਈ ਚੀਜ਼ ਚਾਹੀਦੀ ਹੋਏ, ਤੁਸੀਂ ਕਿਸੇ ਨੌਕਰ ਚਾਕਰ ਨੂੰ ਜਾਂ ਮੇਰੀ ਜਿਹੜੀ ਸੌਤ ਆ ਉਹਨੂੰ ਨਹੀਂ ਭੇਜੋਗੇ, ਨਹੀਂ ਨਹੀਂ, ਤੁਸੀਂ ਆਪ ਆਓਗੇ। ਉਹ ਕਹਿੰਦਾ ਇਹ ਵੀ ਇਹ ਕਿਹੜੀ ਵੱਡੀ ਗੱਲ, ਠੀਕ ਹੈ ਵੀ ਸ਼ਰਤ ਠੀਕ ਹੈ। ਤੀਸਰੀ ਤੇ ਆਖਰੀ ਸ਼ਰਤ ਇਹ ਹੈਗੀ ਹੈ ਕਿ ਤੁਸੀਂ ਬਿਨਾਂ ਲੋੜ ਤੋਂ, ਬਿਨਾਂ ਕਿਸੇ ਜ਼ਰੂਰਤ ਤੋਂ ਘਰ ਨਹੀਂ ਆਓਗੇ। ਇੱਥੇ ਉਦੋਂ ਹੀ ਆਓਗੇ ਜਦੋਂ ਤੁਹਾਨੂੰ ਕੋਈ ਬਹੁਤ ਜ਼ਰੂਰਤ ਆ, ਜਦੋਂ ਕੋਈ ਘਰ ਉਸ ਰੂਪ ਦੇ 'ਚ, ਤਾਂ ਅਦਰਵਾਈਜ਼ ਤੁਸੀਂ ਇੱਥੇ ਨਹੀਂ ਆਓਗੇ, ਤੁਸੀਂ ਆਪਣੇ ਉਸ ਘਰ ਵਿੱਚ ਰਹੋਗੇ। ਉਹਨੂੰ ਥੋੜ੍ਹੀ ਹਾਰਡ ਲੱਗੀ, ਪਰ ਉਹਨੇ ਕਿਹਾ ਗੱਲ ਹੀ ਕੁਛ ਨਹੀਂ ਹੈ, ਕੋਈ ਸ਼ਰਤ ਹੀ ਨਹੀਂ ਉਹ ਤੇ, ਚਲੋ ਜੀ ਗੱਲ ਹੋ ਗਈ। ਹੁਣ ਉਹ ਗੁਣਵਤੀ ਦੇ ਕੋਲ ਉਹਨੇ 10 ਸਾਲ ਗ੍ਰਸਤ ਜੀਵਨ ਮਾਣਿਆ ਸੀਗਾ, ਪਰਿਵਾਰਕ ਜੀਵਨ ਮਾਣਿਆ ਸੀਗਾ, ਬੜਾ ਖੁਸ਼, ਬੜਾ ਉਸ ਤਰੀਕੇ ਦੇ ਨਾਲ। ਹੁਣ ਉਹ ਰੂਪਵਤੀ ਨਾਲ ਵਿਆਹ ਹੋ ਗਿਆ, ਵੱਖਰਾ ਘਰ ਬਣਾ ਲਿਆ, ਸਭ ਉਸ ਢੰਗ ਦੇ ਨਾਲ। ਹੁਣ ਰੂਪਵਤੀ ਦੇ ਵਿੱਚ ਮੁਸ਼ਕਿਲ ਇਹ ਹੈ ਕਿ ਰੂਪਵਤੀ ਤੇ ਹੈ, ਪਰ ਉਹਦੇ ਕੋਲ ਗੁਣ ਕੋਈ ਨਹੀਂ। ਜਿਹੜਾ ਜੀਵਨ ਆ ਇਹ ਗੁਣਾਂ ਨਾਲ ਚੱਲਦਾ ਆ। ਮੈਂ ਸਰਲ ਭਾਵ ਵਿੱਚ ਬਿਆਨ ਕਰਦਾ ਆ। ਦੇਖੋ, ਲਾਵਾਂ ਦਾ ਪਾਠ ਪੜ੍ਹਦੇ ਹਾਂ ਆਪਾਂ। ਮੈਂ ਹੁਣ ਘਰ ਜਾ ਜਾਣਾ, we are living in Canadian culture, and Canadian culture people can say, Bhai Sahab, how can you say Pati is Parmeshwar and Pati, we should obey the Pati's actually wish and all these things. Gurbani never ever said it. Gurbani is totally clear. ਤੁਸੀਂ ਲਾਵਾਂ ਦਾ ਪਾਠ ਪੜ੍ਹਦੇ ਹੋ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਪੁਰਖ ਹੁੰਦਾ ਆ ਜਿਹੜੇ ਜਿੰਨੇ ਗ੍ਰਸਤ ਗੱਡੀ ਨੂੰ ਐਕਚੁਅਲ ਲੈਵਲ ਤੇ ਐਸਕੌਟ ਕਰਨਾ ਆ, ਜਿੰਨੇ ਗਾਈਡੈਂਸ ਦੇਣੀ ਹੈ, ਜਿਹਨੇ ਗਾਈਡ ਕਰਨਾ, ਜਿਹਨੇ ਚਲਾਉਣਾ ਆ, ਡਰਾਈਵਿੰਗ ਹੈਂਡ ਆ ਜਿਹੜਾ। ਸਾਡੇ ਮੈਂ ਫੋਕਲੋਰ ਕਾਫੀ ਪੜ੍ਹਿਆ, ਪੰਜਾਬੀ ਫੋਕਲੋਰ, ਮਨਜਾਰਾ ਬੇਦੀ ਵਗੈਰਾ ਦਾ ਲਿਖਿਆ ਹੋਇਆ। ਉਹਦੇ ਜਿਹੜੀਆਂ ਸਾਡੀਆਂ ਲੋਕ ਧਾਰਾਵਾਂ, ਲੋਕ ਰਾਵਾਂ ਨੇ, ਇਹਨਾਂ ਦਾ ਬਹੁਤ ਵੱਡਾ ਲੰਮਾ ਚੌੜਾ ਉਹਨਾਂ ਨੇ ਬਖਾਨ ਬਿਆਨ ਕੀਤਾ ਹੈ। ਉਹ ਕਹਿੰਦੇ ਹੁੰਦਾ ਇਹ ਸੀਗਾ ਕਿ ਜਦੋਂ ਕਿਤੇ ਵਿਆਹ ਵਗੈਰਾ ਹੋਣੇ ਤੇ ਛੋਟੀ ਉਮਰੇ ਵਿਆਹ ਹੁੰਦੇ ਸੀਗੇ, ਬੱਚੀ ਨੂੰ ਵਿਆਹ ਬਾਰੇ ਪਤਾ ਵੀ ਨਹੀਂ ਸੀ ਹੁੰਦਾ, ਵਿਆਹ ਚੀਜ਼ ਕੀ ਹੁੰਦੀ ਹੈ, ਤੇ ਉਹ ਵਿਆਹ ਹੋ ਰਿਹਾ ਤੇ ਵਿਆਹ ਦੇ ਵਿੱਚ ਹੋਣਾ ਇਹ ਕਿ ਲੜਕੀ ਵਾਲੇ ਪਾਸੇ ਲੜਕੀ ਦੇ ਕੰਨਾਂ 'ਚ ਫੂਕ ਮਾਰੀ ਜਾਣੀ। ਅੱਬਲ ਤੇ ਲੜਕੀ ਨੂੰ ਝੁੰਡ ਦੇ ਕੇ ਬਿਠਾਇਆ ਹੁੰਦਾ ਸੀ, ਕੋਈ ਨਾਲ ਇਸਤਰੀ ਦੂਜੀ ਫੜ ਕੇ ਬੈਠੀ ਹੁੰਦੀ ਸੀ,
ਤੇ ਲੜਕੇ ਵਾਲੇ ਪਾਸੇ ਉਹਦੇ ਕੰਨਾਂ 'ਚ ਫੂਕਾਂ ਮਾਰੀ ਜਾਣੀਆਂ ਵੀ ਜਦੋਂ ਕਿਤੇ ਫੇਰਾ ਲੈਣ ਲਈ ਉੱਠਣਾ ਆ, ਜਦੋਂ ਕਿਤੇ ਲਾਹ ਲੈਣੀ ਹੈ ਤੇ ਇੱਕ ਕੰਮ ਕਰਨਾ, ਜਲਦੀ ਨਾਲ ਉੱਠਣਾ ਦੂਜੇ ਨਾਲੋਂ ਪਹਿਲਾਂ। ਕਾਰਨ ਇਹ ਜਿਹੜਾ ਪਹਿਲਾਂ ਉੱਠ ਜਾਏਗਾ ਉਹਦਾ ਪ੍ਰਭਾਵ ਪੈ ਜਾਏਗਾ ਦੂਜੇ ਤੇ। ਉਹ ਐਕਚੁਅਲੀ ਹੈ ਤੇ ਫੋਕਲੋਰ ਦੀ ਇੱਕ ਤਰ੍ਹਾਂ ਦੀ ਕਹਿ ਲਿਆ ਜਾਏ ਕਿ ਇੱਕ ਮਾਨਤਾ, ਇੱਕ ਕਹਾਣੀ, ਇਸ ਕਿਸਮ ਦੀ ਬਾਤ ਉਹਨਾਂ ਦੀ ਹੈ। ਪਰ ਸਾਰੀ ਉਮਰ ਹਸਬੈਂਡ ਵਾਈਫ ਇਹੀ ਕੰਮ ਕਰਦਿਆਂ ਜ਼ੋਰ ਲਾ ਦਿੰਦੇ ਨੇ ਬਸ ਵੀ ਮੈਂ ਇਹਨੂੰ ਆਪਣੇ ਕੰਟਰੋਲ 'ਚ ਕਰਨਾ, ਦੂਜਾ ਸੋਚਦਾ ਮੈਂ ਆਪਣੇ। ਅਜੀਬ ਹਾਲਤ ਆ, ਘਰ ਘਰ ਨਹੀਂ ਰਹਿੰਦਾ, ਇੱਕ ਅਜੀਬ ਝਗੜੇ ਦੀ ਹਾਲਤ ਬਣ ਗਈ। ਮਹਾਰਾਜ ਨੇ ਬਿਆਨ ਕੀਤਾ, ਦੇਖੋ ਅਸੀਂ ਫਿਰ ਸ਼ਬਦ ਪੜ੍ਹਦੇ ਹਾਂ, ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਦੋ ਗੁਰਮੁਖ ਸਖੀਆਂ ਨੇ ਰਲ ਕੇ ਹਰ ਨੂੰ ਪਾਉਣਾ, ਇਹ ਵਿਆਹ ਆ। ਇੱਥੇ ਦੋ ਜੀਵਾਤਮਾਵਾਂ ਨੇ ਰਲ ਕੇ ਇੱਕ ਵੱਡੀ ਚੀਜ਼ ਨੂੰ ਅਚੀਵ ਕਰਨਾ ਆ, ਦੈਟ ਇਜ਼ ਮੈਰਿਜ। Marriage doesn't mean that two people are getting married actually with each other or to each other. No, 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 no. Marriage exact mean two souls are actually engaging themselves to achieve a goal of married life. ਜਿਹੜਾ ਵਿਵਾਹਤਾ ਜੀਵਨ ਦਾ ਗੋਲ ਆ ਉਹ ਕੀ ਹੈ? ਦੋਵਾਂ ਨੇ ਕੁਝ ਆਪਣੇ ਆਪ ਨੂੰ ਇੱਕ ਜਿਹੜਾ ਹੈਗਾ ਇੱਕ ਆਪਣੀ ਡੈਸਟਨੀ ਤੇ ਲੈ ਕੇ ਜਾਣਾ ਹੈ। ਇਹ ਵਿਆਹ ਹੈ ਰੂਪ ਦੇ ਵਿੱਚ, ਤੇ ਇਹ ਗੁਣਾਂ ਤੋਂ ਬਿਨਾਂ ਅਚੀਵ ਨਹੀਂ ਹੋ ਸਕਦਾ। ਫਿਰ ਮੈਂ ਬੇਨਤੀ ਕਰਾਂਗਾ, ਤੇ ਫਿਰ ਇੱਥੇ ਪੁਰਖ ਕੌਣ ਹੋਏਗਾ? ਪੁਰਖ ਹੋਣਗੇ ਗੁਣ, ਜਿਹਦੇ ਕੋਲ ਗੁਣ ਵੱਧ ਨੇ, ਜਿਹੜਾ ਗੁਣਾਤਮਕ ਪੱਖ ਤੋਂ ਆਪਣੇ ਆਪ ਨੂੰ ਮੈਚਿਓਰ ਕਰੇਗਾ, ਪਿਓਰ ਕਰੇਗਾ, ਇਨਲਾਈਟਡ ਕਰੇਗਾ, ਉਹ ਗ੍ਰਸਥ ਦੀ ਗੱਡੀ ਨੂੰ ਲੀਡ ਕਰੇਗਾ। ਜਿਹੜਾ ਲੈਕਿੰਗ ਕਰੇਗਾ ਉਹ ਐਕਚੁਅਲ ਲੈਵਲ ਤੇ ਉਸ ਦੇ ਵਿੱਚ ਸਫਰ ਕਰੇਗਾ। ਪਰ ਇਹ ਹੈ ਜੇ ਕਿਤੇ ਦੋ ਨੇ ਫੈਸਲਾ ਲਿਆ ਆ, ਇੱਕ ਅੱਗੇ ਵੀ ਜਾ ਰਿਹਾ, ਦੂਜਾ ਉਨੇ ਹੀ। ਇਸੇ ਕਰਕੇ ਲਾਵਾਂ ਦੇ ਪਾਠ 'ਚ ਪੱਲਾ ਫੜਾ ਕੇ ਤੋਰਿਆ ਜਾਂਦਾ ਨਾ, ਇਟਸ ਕਾਈਂਡ ਆਫ ਕੋਆਰਡੀਨੇਸ਼ਨ। ਜੇ ਅਗਲਾ ਰਫਤਾਰ ਨਾਲ ਤੋੜ ਰਿਹਾ, ਪਿਛਲੇ ਨੇ ਨਾਲ ਪੈਰ ਰਲਾਣੇ ਨੇ। ਜੇ ਅਗਲੇ ਨੂੰ ਲੱਗੇ ਵੀ ਨਹੀਂ ਉਹਦੇ ਪੈਰ ਨਹੀਂ ਰਲ ਰਹੇ, ਅਗਲਾ ਸਲੋ ਹੋ ਜਾਏਗਾ। ਦੈਟ ਇਜ਼ ਕੋਆਰਡੀਨੇਸ਼ਨ। ਇਹ ਹੈ, ਵਿਦਾਊਟ ਕੋਆਰਡੀਨੇਸ਼ਨ ਵੀ ਕੈਨ ਨੋਟ ਇੰਜੋਏ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਐਟ ਆਲ। ਇਹ ਗੁਣ ਨੇ। ਹੁਣ ਹੋਇਆ ਕਿ ਜਿਹੜੀ ਮੈਂ ਬਾਤ ਕਹਿ ਰਿਹਾ ਸੀਗਾ ਅਰੇਬਿਕ ਲਿਟਰੇਚਰ ਦੇ ਵਿੱਚੋਂ, ਉਹ ਜਿਹੜੀ ਗੁਣਵਤੀ ਹੈ ਉਹਨੂੰ ਪਤਾ ਆ ਕਿ ਕਿਸ ਤਰੀਕੇ ਨਾਲ ਚੱਲਣਾ। ਜਿਵੇਂ ਸਾਡੇ ਇੱਕ ਸੱਜਣ ਸਾਨੂੰ ਕਈ ਵਾਰੀ ਕਿਹਾ ਕਰਦੇ ਹੁੰਦੇ ਸੀ, ਤੇ ਉਹ ਕਹਿਣਾ ਕਿ ਜਦੋਂ ਆਮ ਕਰੇ ਗੰਨਾ ਵਗੈਰਾ ਲਾਉਣਾ ਨਾ, ਤੇ ਗੰਨੇ ਦੇ ਸਮੇਂ ਦੇ ਟਰਾਲੀ ਕਿਤੇ ਫਸ ਜਾਣੀ, ਗਾਰੇ 'ਚ ਫਸ ਜਾਣੀ, ਤੇ ਇੱਕ ਟਰੈਕਟਰ ਨਹੀਂ ਕੱਢਦਾ ਉਹਨੂੰ, ਤੇ ਉਹਨਾਂ ਦੋ ਟਰੈਕਟਰ ਲਾਉਣੇ। ਫਿਰ ਜਦੋਂ ਦੋ ਟਰੈਕਟਰ ਲਾਉਣੇ ਤੇ ਉਹਨਾਂ ਕਹਿਣਾ ਪਹਿਲਾਂ ਇੱਕ ਕੰਮ ਕਰੋ, ਦੋਵਾਂ ਦੇ ਚੱਕਰ ਲਾ ਲਓ। ਭਾਵ ਦੋਵਾਂ ਦੇ ਮਤਲਬ ਇੱਕ ਦਾ ਜਿਹੜਾ ਹੋ ਸਕਦਾ ਤੀਜਾ ਲੋ ਕੰਮ ਕਰਦਾ ਹੋਏ, ਪਹਿਲੇ ਦਾ ਜਿਹੜਾ ਦੂਸਰਾ ਟਰੈਕਟਰ ਆ ਉਹਦਾ ਪਹਿਲਾ ਹਾਈ ਕੰਮ ਕਰਦਾ ਹੋਏ। ਸੋ ਇਸ ਕਰਕੇ ਗੇਅਰ ਪ੍ਰੋਪਰ, ਤਾਂ ਕਿ ਚੱਕਰ ਐਸਾ ਨਾ ਇੱਕ ਦਾ ਵੱਧ ਜ਼ੋਰ ਲੱਗ ਜੇ, ਇੱਕ ਦਾ ਘੱਟ, ਤੇ ਉਸ ਤਰੀਕੇ ਨਾਲ ਉਹ ਨੁਕਸਾਨ ਹੋ ਜੇ, ਟੁੱਟ ਜੇ, ਉਹ ਟੋਚਨ ਵਗੈਰਾ ਟੁੱਟ ਜਾਣ। ਨੋ ਨੋ ਨੋ, ਅਸੀਂ ਕੀ ਚਾਹੁੰਦੇ ਆ? ਦੋਵਾਂ ਦੇ ਚੱਕਰ ਬਰਾਬਰ ਆ ਜਾਣ। ਜਦੋਂ ਬਰਾਬਰ ਆ ਜਾਣਗੇ ਫਿਰ ਉਹ ਜਿੰਨਾ ਮਰਜ਼ੀ ਭਰਿਆ ਲੋਡ ਆ ਉਹ ਬਾਹਰ ਕੱਢ ਲੈਣਗੇ। ਐਕਚੁਅਲ ਆ ਗੱਲ ਕੀ ਹੈ? ਇਹ ਹੈ ਇੱਕ ਤਰ੍ਹਾਂ ਨਾਲ ਦੋਨੋਂ ਇੱਕ ਪਲੇਟਫਾਰਮ ਤੇ ਆ ਜਾਣ, ਇੱਕ ਦੂਜੇ ਨੂੰ ਕੋਆਰਡੀਨੇਟ ਕਰਨ, ਇੱਕ ਦੂਜੇ ਨੂੰ ਉਸ ਤਰੀਕੇ ਨਾਲ ਸਾਰੀ ਬਾਤ ਕਰਨ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ, ਗੁਣਵਤੀ ਇਸ ਤਰੀਕੇ ਨਾਲ ਉਹ ਚਲਾ ਰਹੀ ਹੈ। ਸ਼ੇਖ ਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ, 10 ਸਾਲ ਹੋ ਗਏ, ਜੀਵਨ ਬੜਾ ਵਧੀਆ ਉਸ ਤਰੀਕੇ ਨਾਲ ਆ ਰਿਹਾ। ਹੁਣ ਉਹ ਰੂਪਵਤੀ ਦੇ ਦਾਮਨ ਦੇ ਉਹਦੇ ਨਾਲ ਲੱਗ ਗਿਆ ਹੈਗਾ। ਰੂਪਵਤੀ ਰੂਪ ਦੇ ਤੇ ਬੜਾ ਜ਼ੋਰ ਦਿੰਦੀ ਹੈ, ਪਰ ਹੁੰਦਾ ਇਹ ਹੈ ਕਿ ਉਹ ਕਿਸੇ ਤਰੀਕੇ ਦੇ ਨਾਲ ਸਾਂਭ ਨਹੀਂ ਪਾ ਰਹੀ। ਘਰ ਦੇ ਝਗੜਾ ਰਹਿਣਾ ਸ਼ੁਰੂ ਹੋ ਗਿਆ, ਸਾਰਾ ਕੁਝ। ਸ਼ੇਖ ਵੀ ਬੜਾ ਦੁਖੀ ਹੋ ਗਿਆ, ਕੀ ਕੀਤਾ ਜਾਏ। ਅਖੀਰ ਇਹ ਸਾਰੇ ਹਾਲਾਤ ਵਿੱਚੋਂ ਲੰਘ ਰਿਹਾ, ਪਰ ਉਹਨੇ, ਕਿਉਂਕਿ ਉਹਨੂੰ ਯਾਦ ਹੈ ਵੀ ਉਹਨੇ ਕੰਡੀਸ਼ਨ ਲਗਾਈਆਂ ਸੀ। ਕੰਡੀਸ਼ਨ ਇਹ ਸੀਗੀ, ਬਿਨਾਂ ਕੰਮ ਤੋਂ ਇੱਥੇ ਨਹੀਂ ਆਉਣਾ। ਇਹ ਹੁਣ ਉਹ ਕੰਡੀਸ਼ਨ ਨੂੰ ਕ੍ਰੋਸ ਨਹੀਂ ਕਰ ਸਕਦਾ, ਪਰ ਉਹ ਦੁਖੀ ਹੈ, ਉਸ ਤਰੀਕੇ ਨਾਲ ਚੱਲੀ ਜਾ ਰਿਹਾ। ਇੱਧਰੋਂ ਉਹਨੇ ਆਪ ਆਪਣੇ ਜਿਹੜਾ ਹੈਗਾ ਇਹ ਸਾਰਾ ਮੌਕਾ ਬਣਾਇਆ ਕਿ ਮੈਂ ਇਸ ਘਰ ਵਿੱਚ ਰਹਿਣਾ ਹੈਗਾ। ਰੂਪਵਤੀ ਦੇ ਕਿਸੇ ਨੇ ਸਲਾਹ ਦਿੱਤੀ, ਉਹਦੇ ਮਨ 'ਚ ਆਇਆ ਕਿ ਗੁਣਵਤੀ ਨੇ 10 ਸਾਲ ਗਿਰਾ ਮਾਣੀਆਂ ਐਡੀਆਂ ਵਧੀਆ ਵਿਆਹੁਤਾ ਜੀਵਨ ਦੀਆਂ, ਤੇ ਸਾਨੂੰ ਤਾਂ 10 ਮਹੀਨੇ ਵੀ ਨਹੀਂ ਹੋਏ, ਝਗੜਾ ਉਹ ਇਸ ਲੈਵਲ 'ਤੇ ਹੋ ਗਿਆ ਇਸ ਤਰੀਕੇ ਨਾਲ। ਕਿਉਂ ਨਾ ਉਹਦੇ ਕੋਲੋਂ ਕੁਝ ਗੁਰ ਸਿੱਖੇ ਜਾਣ, ਪਤਾ ਕੀਤਾ ਜਾਏ। ਤੇ ਉਸਨੇ ਬਕਾਇਦਾ ਤੌਰ 'ਤੇ ਫਿਰ ਕਿਸੇ ਦੇ ਥਰੂ ਪਤਾ ਕਰਵਾਇਆ ਵੀ ਪਤਾ ਕਰੋ। ਉਦੋਂ ਪਤੇ ਵਾਲੀ ਕੋਈ ਜਿਹੜਾ ਵਿਚਲਾ ਵਿਚੋਲਾ ਪਹੁੰਚਿਆ ਉਹਦੇ ਕੋਲ, ਤੇ ਉਹਨੂੰ ਆਈਡੀਆ ਲੱਗ ਗਿਆ ਵੀ ਉੱਥੇ ਹਾਲਾਤ ਠੀਕ ਨਹੀਂ ਹੈਗੇ। ਉਹਨੇ ਕਿਹਾ ਗੱਲ ਇਹ ਹੈ ਕਿ ਜਿਹੜਾ ਸ਼ੇਖ ਆ ਉਹ ਬੜਾ ਖੁਸ਼ ਹੁੰਦਾ ਆ
ਬੜਾ ਉਹ ਹਰ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਕੰਫਰਟ ਮਹਿਸੂਸ ਕਰਦਾ ਜਦੋਂ ਮੈਂ ਉਹਦਾ ਮਨ ਭਾਉਂਦਾ। ਖਾਸ ਕਰਕੇ ਇੱਕ ਲਿਬਾਸ ਜਿਹੜਾ ਮੈਨੂੰ ਡੋਲੇ ਵਾਲੇ ਦਿਨ ਪਾਇਆ ਸੀਗਾ, ਮੈਂ ਉਹ ਪਾਉਣੀ ਆ ਉਸ ਤਰੀਕੇ ਨਾਲ। ਉਹਨੇ ਜਦੋਂ ਇਹ ਗੱਲ ਕਹੀ ਤੇ ਉਹ ਰੂਪਵਤੀ ਕੋਲ, ਰੂਪਵਤੀ ਕਹਿੰਦੀ ਲੈ ਗੱਲ ਹੀ ਬਣ ਗਈ ਫਿਰ ਤੇ। ਇੱਕ ਹੈ ਖਾਸ ਕਿਸਮ ਦਾ ਲਿਬਾਸ ਆ ਜਿਹੜਾ ਲਿਬਾਸ ਪਾਉਣ ਤੋਂ ਬਾਅਦ ਸ਼ੇਖ ਬੜਾ ਖੁਸ਼ ਹੋ ਜਾਂਦਾ ਹੈ ਤੇ ਗੱਲ ਹੀ ਬਣ ਗਈ। ਆਪਾਂ ਉਹ ਲਿਬਾਸ ਉਹਨੇ ਜਿਹੜਾ ਹੈਗਾ ਸ਼ੇਖ ਨੂੰ ਕਿਹਾ ਤੇ ਸ਼ੇਖ ਨੌਕਰ ਭੇਜਤਾ, ਮੈਨੂੰ ਲਿਬਾਸ ਚਾਹੀਦਾ ਜਿਹੜਾ ਤੁਸੀਂ ਉਹਨੂੰ ਡੋਲੇ 'ਚ ਪਾ ਕੇ ਲਿਆਏ ਸੀਗੇ। ਉਹ ਨੌਕਰ ਗਿਆ ਤੇ ਨੌਕਰ ਨੇ ਜਾ ਕੇ ਕਿਹਾ ਵੀ ਉਹ ਸ਼ੇਖ ਜੀ ਨੇ ਉਹ ਖਾਸ ਲਿਬਾਸ ਮੰਗਾਇਆ। ਉਹਨੇ ਬਕਾਇਦਾ ਤੌਰ 'ਤੇ ਪੇਪਰ ਲਿਆ, ਕਲਮ ਲਈ ਤੇ ਉੱਤੇ ਸ਼ੇਖ ਨੂੰ ਕੀਤਾ ਹੋਇਆ ਵਾਅਦਾ ਯਾਦ ਕਰਾਉਣ ਵਾਸਤੇ ਇਬਾਰਤ ਲਿਖਤੀ, ਸ਼ੇਖ ਨੂੰ ਦਈ ਜਾ ਕੇ। ਉਹਨੇ ਸ਼ੇਖ ਨੂੰ ਫੜਾਇਆ, ਸ਼ੇਖ ਨੇ ਤਾਂ ਬੜੀ ਯਾਦ ਆਇਆ, ਉਹ ਮੈਂ ਤੇ ਵਾਅਦਾ ਕੀਤਾ ਸੀ ਉਹਦੇ ਨਾਲ, ਜੇ ਕਦੀ ਕੋਈ ਚੀਜ਼ ਦੀ ਲੋੜ ਪਈ, ਕਦੀ ਕੋਈ ਚੀਜ਼ ਦੀ आवश्यकता हुई तो फिर किसी नौकर चाकर नहीं भेजना मेरे को, आप आना आया। वो फिर वो रूपवती को कहता भी गल है तेनों वो मिलते जाएगा वो जिहड़ा हैगा जिहड़ा तू लिबास मंग रही है, पर जाना मैनू आप पेगा। वो कहती गल ही कुछ नहीं, जा तू लैके आ चल। वो चला गया, जो गया उत्थे तो उन्हें जाके उन्हें कहा तो वो कहती जी आया नूं। वो जो बूहे ते आया उन्हें सत्कार दिता, घर बुलाया, घर परिवार वेख्या, किलकारियां मारदे बच्चे देखे, सारा माहौल देखिया। उन्होंने रूपवती भुल गई, गुणवती दी आभा मंडत हो गई। उन्हें लगा के वो जिहड़ा लिबास सीगा वो कहती लो जी तुहाडे वास्ते सजा के रखिया, लो फड़ो। उन्हें नौकर नूं आवाज़ दिती, वो लिबास नौकर नूं फड़ाया ते क्या मेरे उस घर पहुँचा दे। उन्हें लिबास पहुँचा दिता। रूपवती वो लिबास पा के कहते अज भी उत्थे शेख का इंतजार कर रही है, पर असल शेख की जिहड़ी प्रेजेंस आ, जिहड़ी होंद आ, वो कहते गुणवती हंडा रही है कहानी है। पर हकीकत की है, रब ना नेड़े है ना दूर है। असी बाणी शब्द पढ़ते हैं, करमी आपो अपनी के नेड़ है के दूर। ये डिपेंड करता है तुहाडा करम दा दामन किड्डा को वड्डा है। ऐसा ना होए, माफी मंगांगा, ज्ञान ते असीं बहुत जोर देने आ, पर ज्ञान कला चुंच ज्ञान आ। एवें आ जिवें मूँह च पाए हुए किसी चीज़ दे तुसीं गरारे करी जांदे हो। बस जिन्नी देर तक इस लैवल ते नहीं आउंदे भी गल्लीं असीं चंगियां अचारी बुरियां उहदे ते काम नहीं करदे। आचार विहार, आचार विचारी जिहड़ी वो लैवल आ, ये गुणात्मक पक्ष है। अकाल पुरख वाहिगुरू वो पसीजदा है, वो पति वो सानू अपने दामन अपनी जिहड़ा हैगा अपने अलिंगन दे विच लैण वास्ते अपने जिहड़ा उस रूप दे सानू स्नेहता देण वास्ते तैयार आ। पर महाराज एहसास कराउंदे इस तरीके नाल। साहब कहंदे एक सत्संगी सखी कह रही है, सुन सखीए प्रभ मिलन निशानी। आ मैं तेनों दसां उहदे मिलाप की निशानी की है, मन तन अर्प तज तज लाज लोकानी। मन करके तन करके समर्पित ते लोक लाज का त्याग कर देना। लोक लाज, असी लोक लाज ते लिहाज च जीने आ। सानू ये डर हुंदा है लोकी की कहणगे, फलाना की कहेगा, नहीं 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 मैं एक काम नहीं कर सकता। कदी ये नहीं सोचिया जे रब जर्रे जर्रे च मौजूद आ ते मैनू इस तरह के काम करदे नूं वेख रहा है, वो की सोचेगा। आ रूप जिहड़ा है, जिहड़ी मैं बात कर रहा लावां दे पाठ की बात करदा। देखो हर दूजड़ी लाव सतगुर पुरख मिलाया, बलराम जी निरभो पै मन होए हऊँ मैं मैल गवाया। बलराम जी निर्मल पो पाया, हर गुण गाया। हर वेखै राम हदूरे, हर वेखै राम हदूरे। हर वक्त पति पत्नी दे हदूर नहीं रह सकता, पति पत्नी दी जिहड़ा हदूरी नहीं मान सकता ना। जिहड़ी पत्नी है वह पति नूं हर वक्त अपने दामन नाल बन के रख सकती है। संसार है, विचरना सब ने। फिर की है, वेखै राम हदूरे। यह एहसास करना रब नूं साक्षी जान के, गुरु नूं साक्षी जान के, है ना। मैं इहदा दामन फड़िया सीगा, मैं हथ फड़िया सी। कमिटमेंट मैं किसी तरीके नाल, मैं अक्सर बच्चों को पुछदा विआह के समय, क्योंकि पहली लाम जी सारी धर्म ते गल करती है, पाप ते गल करती है। धर्म दृढ़ाया पाप तजाया उहदी गल हो रही है। मैं पुछदा कैन यू एक्चुअली
explain me what are the biggest sin in a married life. ਜਿਹਨੂੰ ਪਾਪ ਕਹਿੰਦੇ ਆ ਵਿਵਾਹਤਾ ਜੀਵਨ 'ਚ ਕੀ ਹੈ? ਡਿਸਲੋਇਲਟੀ, ਡਿਸਰਿਸਪੈਕਟਫੁਲ ਬਿਹੇਵੀਅਰ ਟੂਵਰਡ ਈਚ ਅਦਰ, ਜਿਹਨੂੰ ਅਸੀਂ ਬੇਵਫਾਈ ਕਹਿੰਦੇ ਆ। ਜਿਹੜਾ ਪਤੀ ਪਤਨੀ ਦਾ ਰਿਸ਼ਤਾ ਦਾ ਮਤਲਬ ਪਤਾ ਕੀ ਸਮਝਦੇ ਆ? ਮਨ, ਬਚਨ ਤੇ ਕਰਮ ਕਰਕੇ ਇੱਕ ਦੂਜੇ ਦੇ ਵਫਾਦਾਰ ਹੋ ਜਾਣਾ। ਮੈਨੂੰ ਇਸ ਤਰ੍ਹਾਂ ਕਿਆ ਕਰਦਾ ਆ, ਜਦੋਂ ਤੁਸੀਂ ਦੋ ਜੀਆਂ ਨੂੰ ਇੱਕ ਰਾਹ ਤੇ ਤੋਰਦੇ ਹੋ, ਉਹਨਾਂ ਦੋਵਾਂ ਨੇ ਹਮਸਫਰ ਬਣਨਾ ਆ, ਹਮਸਾਇਆ ਬਣਨਾ ਆ, ਹਮ ਕਦਮ ਬਣਨਾ ਆ, ਹਮ ਤਾਲ ਬਣਨਾ ਆ, ਹਮ ਰਵਾਂ ਬਣਨਾ ਆ। ਪਰ ਇਹ ਸਾਰਾ ਕੁਝ ਤਾਂ ਬਣ ਸਕਣਗੇ ਜੇ ਹਮ ਖਿਆਲ ਹੋ ਕੇ ਤੁਰਨਗੇ। ਤੇ ਜੋ ਇੱਕ ਦੇ ਦਿਲ 'ਚ ਧੜਕ ਰਿਹਾ ਹੈ, ਦੂਜੇ ਦੇ ਹੋਠ ਬਿਆਨ ਕਰ ਰਹੇ ਨੇ। ਜੋ ਪਹਿਲੇ ਦੇ ਹੋਠ ਕਹਿ ਰਹੇ ਨੇ, ਜਿਹੜਾ ਦੂਸਰਾ ਆ ਉਹਦਾ ਦਿਲ ਉਸੇ ਰੂਪ ਵਿੱਚ ਧੜਕ ਰਿਹਾ ਆ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਇੱਕ ਲੈਵਲ ਤੇ ਆ ਜਾਣਾ। ਰੱਬ ਜੀ ਦੇਖੋ, ਬਾਣੀ ਦੇ ਅਨੁਸਾਰ ਰੱਬ ਦਾ ਪਾਉਣਾ ਕੀ ਹੈ? ਜੇ ਪਤੀ ਪਤਨੀ ਨੇ ਇੱਕ ਦੂਜੇ ਨੂੰ ਪਾਉਣਾ, ਕੀ ਪਾਓਗੇ? ਇੱਕ ਦੂਜੇ ਨਾਲ ਕਮਿਟਮੈਂਟ ਕਰਕੇ ਇੱਕ ਵਫਾ ਦੇ ਲੈਵਲ ਤੇ ਆ ਜਾਓਗੇ, ਸਮਰਪਿਤ 100%। ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਉਹ ਸਖੀ ਤੂੰ ਆਪਣੀ ਰੂਹ ਨੂੰ ਉਸ ਪਰਮ ਰੂਹ ਦੇ ਵਿੱਚ ਵਿਲੀਨ ਕਰਨਾ ਹੈ ਨਾ? ਹਾਂ ਕਰਨਾ ਆ। ਕਿਆ ਮੈਂ ਦੱਸਦਾ ਤੈਨੂੰ? ਮਨ ਤਨ ਅਰਪ, ਮਨ ਕਰਕੇ ਤਨ ਕਰਕੇ ਆਪਣਾ ਆਪਾ ਸਮਰਪਿਤ ਕਰ ਦੇਣਾ ਉਸ ਰੂਪ ਦੇ ਵਿੱਚ। ਫਿਰ ਤਜ ਲਾਜ ਲੋਕਾਨੀ, ਲੋਕ ਕੀ ਕਹਿਣਗੇ? ਹੂ ਕੇਅਰ, ਕੇਅਰ ਕਾਹਦੀ ਏ? ਮੈਂ ਰੱਬ ਨੂੰ ਮੂੰਹ ਕੀ ਵਿਖਾਵਾਂਗਾ, ਮੈਂ ਗੁਰੂ ਨੂੰ ਮੂੰਹ ਕੀ ਵਿਖਾਵਾਂਗਾ। ਜਦੋਂ ਇਸ ਤਰੀਕੇ ਨਾਲ ਬੰਦਾ ਆ ਗਿਆ, ਉਹ ਆਪਣੇ ਆਪ ਅੰਦਰੋਂ ਬਦਲੇਗਾ। ਉਹਨੂੰ ਹਰ ਵਕਤ ਉਹਦਾ ਸਿਮਰਨ, ਉਹਦਾ ਅਹਿਸਾਸ ਹੈ, ਮੇਰਾ ਮਾਲਕ ਮੈਨੂੰ ਵੇਖ ਰਿਹਾ ਹੈ, ਮੈਂ ਕਿਹਦੇ ਤੋਂ ਲੁਕਾ ਰਿਹਾ, ਕਿਹਦੇ ਤੋਂ ਛੁਪਾ ਰਿਹਾ। ਜਿਹਨੂੰ ਬਣਨ ਕਿ ਅੱਗੋਂ ਦੇਖਿਆ, ਪਿੱਛੋਂ ਦੇਖਿਆ। ਬੰਦਾ ਅੱਗੋਂ ਪਿੱਛੋਂ ਵੇਖ ਲੈਂਦਾ, ਪਰ ਸਾਹਿਬ ਕਹਿੰਦੇ ਤੁਝ ਤੇ ਕਹਾਂ ਛੁਪਾਈ, ਤੇਰੇ ਤੋਂ ਕਿੱਥੇ ਲੁਕਾਏਗਾ। ਹਾਲਾਂਕਿ ਬਹੁਤ ਸਾਰੇ ਐਸੇ ਬ੍ਰਿਤਾਂਤ ਨੇ, ਐਗਜ਼ਾਮਪਲਸ ਨੇ ਮੇਰੇ ਕੋਲ ਲਿਟਰੇਚਰ ਦੇ ਵਿੱਚ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ, ਪਰ ਲੈਟਸ ਐਮਫਸਾਈਜ਼ ਔਨ ਸ਼ਬਦ ਰਾਈਟ ਨਾਓ, ਕਿਉਂਕਿ ਸਮਾਂ ਹੋ ਚੱਲਾ ਆ। ਤੁਸੀਂ ਬਚਨ ਆਇਆ, ਸਭ ਕਹਿੰਦੇ ਇਹ ਚੀਜ਼ ਕਰ, ਲਾਜ ਲੋਕਾਨੀ ਛੱਡ ਤੇ ਆਪਣੇ ਆਪ ਨੂੰ ਸਮਰਪਣ ਵਿੱਚ ਲਾਇਆ। ਸ਼ੁਰੂਆਤੀ ਬਚਨ ਹੈ, ਧਨ ਸੁਹਾਗਣ ਜੋ ਪ੍ਰਭੂ ਪਛਾਣ ਹੈ। ਦੇਖੋ, ਪ੍ਰਭੂ ਤੇ ਸਾਨੂੰ ਪਛਾਣਦਾ ਆ, ਪਛਾਣਦਾ ਆ ਤਾਂ ਹੀ ਜੀਵਨ ਦਿੱਤਾ ਆ। ਮੈਂ ਸਿੰਪਲ ਬਾਤ ਕਰਦਾ ਆ, ਅਸੀਂ ਕਹਿੰਦੇ ਹਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਸ ਸਾਸ ਪ੍ਰਤਿਪਾਲਦਾ, ਇੱਕ ਸਾਹ ਸਾਹ ਪਾਲਦਾ ਆ। ਸਮਟਾਈਮ ਪੀਪਲ ਕੈਨ ਸੇ ਹਾਊ ਕੈਨ ਯੂ ਸੇ ਸਾਸ ਸਾਸ ਉਹ ਪਾਲ ਰਿਹਾ ਆ। ਸਿੰਪਲ ਐਗਜ਼ਾਮਪਲ ਕਰਦਾ ਆ, ਜੇ ਉਹ ਆਕਸੀਜਨ ਆ, ਹਵਾ ਇਨਹੇਲ ਕਰਦੇ ਆ, ਫੇਫੜਿਆਂ ਜਾਂਦੀ ਹੈ, ਖੂਨ 'ਚ ਸਫੁਰਤੀ ਪੈਦਾ ਕਰਦੀ ਹੈ। ਜਿਹੜੀ ਕਰੋਨਾ ਵਾਇਰਸ ਨਾਲ ਬੜੀ ਮੌਤ ਹੋ ਰਹੀ ਹੈ ਨਾ, ਉਹਦਾ ਰੀਜ਼ਨ ਕੀ ਹੈ? ਕਿ ਬਲੱਡ ਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਵੱਡਾ ਰੀਜ਼ਨ ਹੈ, ਕਿਉਂਕਿ ਸਾਹ ਨਹੀਂ ਪ੍ਰੋਪਰ ਆਉਂਦਾ। ਤੇ ਆਕਸੀਜਨ ਦੀ ਖੇਡ ਹੈ, ਸਾਹ ਦੀ ਖੇਡ ਹੈ ਸਾਰੀ। ਸਾਹ ਆਇਆ ਨਹੀਂ, ਬੰਦਾ ਡਨ ਆ। ਬ੍ਰੇਨ ਦਾ ਜਿਹੜਾ ਲੈਵਲ ਆ, ਜਿਹੜੀ ਬ੍ਰੇਨ ਹੈਮਰੇਜ ਵਗੈਰਾ ਹੁੰਦੀ ਹੈ, ਕੁਝ ਮਿੰਟਾਂ ਦੀ ਖੇਡ ਆ ਸਾਰੀ। 2 ਤੋਂ 2.5, 2.5 ਤੋਂ 3, 3 ਤੋਂ 4 ਮਿੰਟ ਹੀ ਨੇ ਬਸ। ਆਕਸੀਜਨ ਨਾ ਗਈ ਤਾਂ ਸੀਜ਼ ਹੋ ਗਿਆ ਕਰੀ। ਦੇयर इज नो ਐਕਚੁਅਲੀ ਕੋਈ ਇਹਦੇ 'ਚ ਹੈ ਹੀ ਨਹੀਂ। ਮਿਨ ਹਾਰਟ ਦੀ ਗੱਲ ਹੈ ਸਾਡੇ ਦੀ। ਹੁਣ ਜਿਹੜੀ ਬਾਤ ਕੀਤੀ ਜਾ ਰਹੀ ਹੈ ਕਿ ਹੁਣ ਕੁਦਰਤੀ ਤੌਰ 'ਤੇ ਹੈ, ਹਵਾ ਖਿੱਚਦੇ ਹਾਂ, ਫੇਫੜਿਆਂ ਜਾਂਦੀ ਹੈ, ਜ਼ਿੰਦਗੀ ਸਫੁਰਤ ਹੁੰਦੀ ਹੈ ਇਸ ਤਰੀਕੇ ਨਾਲ। ਅਤੇ ਜਿਹੜੀ ਸਾਹ ਵਾਲਾ ਪਾਈਪ ਹੈ, ਇੱਥੇ ਫਾਹ ਅਤੇ ਫੂਡ ਵਾਲਾ ਪਾਈਪ ਇਕੱਠਾ ਹੀ ਇੱਕ ਜਗ੍ਹਾ 'ਤੇ ਸਾਹ ਗਲੇ ਦੇ ਵਿੱਚ, ਇਸ ਤਰੀਕੇ ਨਾਲ। ਜੇ ਕਿਤੇ ਜਦੋਂ ਅਸੀਂ ਖਾਣ ਲੱਗਦੇ ਹਾਂ, ਸਾਹ ਵਾਲਾ ਪਾਈਪ ਬਲੌਕ ਹੋ ਜਾਂਦਾ ਹੈ, ਫੂਡ ਵਾਲਾ ਪਾਈਪ ਵਿੱਚ ਫੂਡ ਚਲਾ ਜਾਂਦਾ ਹੈ। ਜਦੋਂ ਕਿਤੇ ਉਸ ਰੂਪ ਵਿੱਚ ਹੋਏ ਤੇ ਸਾਹ ਵਾਲਾ ਪਾਈਪ ਜਿਹੜਾ ਉਹ ਔਨ ਹੋ ਜਾਂਦਾ ਹੈ, ਤੇ ਉਹ ਫਿਰ ਸਾਹ ਜਿਹੜਾ ਹੈਗਾ ਉਸ ਤਰੀਕੇ ਚਲਾ ਜਾਂਦਾ ਹੈ। ਮਾੜਾ ਜਿਹਾ ਨਹੀਮ ਜਿਹਾ ਫੂਡ ਦਾ ਟੁਕੜਾ ਸਾਹ ਵਾਲੇ ਪਾਈਪ 'ਤੇ ਚਲਾ ਜਾਏ, ਬੰਦਾ ਡਨ ਹੈ। ਸ਼ਾਇਦ ਤੁਸੀਂ ਕਦੀ ਜਿਹਨੂੰ ਹੱਥੂ ਆਉਣਾ ਕਹਿੰਦੇ ਹਾਂ ਅਸੀਂ, ਜਿਹਨੂੰ ਇਸ ਤਰੀਕੇ ਨਾਲ ਫੂਡ ਚੋਕ ਹੋ ਜਾਣਾ ਕਹਿੰਦੇ ਹਾਂ, ਦੈਟ ਇਜ਼ ਸੇਮ ਥਿੰਗ। ਮੈਂ ਖੁਦ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਛੋਟਾ ਜਿਹਾ। ਆਈ ਵਾਜ਼ ਡਰਾਈਵਿੰਗ ਐਕਚੁਅਲੀ ਔਨ 401, ਬੜਾ ਜਦੋਂ ਬਿਜ਼ੀ ਮਾਹੌਲ ਚੱਲ ਰਿਹਾ ਸੀ, ਪਿਛਲੇ 2-3 ਮਹੀਨੇ ਪਹਿਲਾਂ ਦੀ ਗੱਲ ਹੈ। ਕਿੰਗਸਟਨ ਤੋਂ ਵਾਪਸ ਆ ਰਹੇ, ਮੇਰੇ ਨਾਲ ਸੱਜਣ ਸੀਗੇ, ਅਤੇ ਅਸੀਂ ਚਲਦਿਆਂ ਜਿਹੜਾ ਹੈਗਾ ਫੂਡ ਚੂ ਕਰ ਰਹੇ ਹਾਂ, ਖਾ ਰਹੇ ਹਾਂ, ਅਤੇ ਮੈਂ ਬੇਗਲ ਦਾ ਟੁਕੜਾ ਮੂੰਹ 'ਚ ਪਾਇਆ ਅਤੇ ਮੈਂ ਉਹਨੂੰ ਚਬਾ ਰਿਹਾ ਵਾਂ। ਅਤੇ ਉਸ ਸਮੇਂ ਦੌਰਾਨ ਉਹਨੇ ਕੋਈ ਗੱਲ ਕੀਤੀ ਅਤੇ ਇੱਕਦਮ ਜਿਹੜਾ ਹੈਗਾ ਉਹ, ਜਿਹਨੂੰ ਕਿਹਾ ਜਾਏ ਕਿ ਇੱਕਦਮ ਹਾਸੇ ਦਾ ਮਾਹੌਲ ਬਣਿਆ। ਮੈਂ ਹੱਸਣ ਵਾਸਤੇ ਜਿਵੇਂ ਸਾਹ ਅੰਦਰ ਨੂੰ ਖਿੱਚਿਆ, ਫੂਡ ਦਾ ਥੋੜ੍ਹਾ ਜਿਹਾ ਮਹੀਮ ਹਿੱਸਾ ਜਿਹੜਾ ਉਹ ਪਾਈਪ 'ਤੇ ਚਲਾ ਗਿਆ। ਹਾਈਵੇ ਦੇ ਉੱਤੇ ਗੱਡੀ, ਟ੍ਰੈਫਿਕ ਅੱਗੇ ਪਿੱਛੇ ਬੇਤਹਾਸ਼ਾ ਆ,
ना आवाज़ निकल रही है, ना साह आ रहा, ना बोल पा रहा, ना उन्होंने दस पा रहा की होया। उन्होंने भी कोई आइडिया नहीं, मेरे वाल वेख लिया कि होया कि ये लाल चेहरा हो गया सारा तो सारा इस तरीके नाल। वो बाय चांस किते जिहड़ा हैगा जोर लगा के फूड का टुकड़ा बाहर आया तो कहते की होया, गड्डी साइड ते लगाई। मैं क्या काम ऑलमोस्ट ओवर सीगा। सो ये है, ये जिहड़ी जीवन है किसी वड्डे हुक्म में चल रहा है, ये स्वासां दी खेड है सारे दी सारे। महाराज ने बयान किया धन सुहागण जो प्रभु पछाणै, वो तो पछाणदा सानू, वो तो सानू जीवन दे रहा है कि बंदा भी रूह तो उन्होंने पछाणदा कि वो इस रूप में मैनू मैनू बख्शिश नवाज रहा है। अगला अगली पंक्ति है, मानना हुक्म तजाए अभिमान है। बंदे ने पता नहीं कि तोप बनया सिर ते पंड चक्की एडी वड्डी भी मैं। आप तुसीं देखोगे रोज़मर्रा जीवन दे विच एक दूजे तुसीं इस तरीके मूँह वट के मोढे चक के लंघने मैं। महाराज कहंदे हुक्म नूं मन, अभिमान काहदा हंकार करके बैठा है, मिट्टी का तो पुतला है। बचन आया मानना है हुक्म तजाए अभिमान है, प्रेस्यों राती रलियां मान है। जे इस लैवल ते आ जाए फिर पति प्रभु नवाजे ना, बाणी कहती ऐसा हो नहीं सकता। वो रलियां मानेगा, वो जीवन के असल खुशनुमा रंग नूं मानेगा। अगला बचन लिखा साहब ने, सखी सहेली को समझावै। एक सत्संगी सखी दूजी नूं समझा रही है, सोई कमावै जो प्रभावै। कमाई ओदी करो, जीवन कमाना ही असीं अब स्वास स्वास कमाई कर रहे हैं। जो उन्होंने भाउंदा, जो उन्होंने चंगा लगता है। सास सुहागण अंक समावै, अंक समाना होंदा गले लग जाना। ਇਹੋ जी फिर सुहागवती जीवात्मा ਉਹਦੇ अंग लग जाती है, भाव ਉਹਨੂੰ गल ला लेंदा है। गर्भ गहेली महल ना पावे, हंकारी लोगों लिए रूहानी तौर पर कोई जगह नहीं है। फिर पछतावै जब रहन बिहावे, तो हंकार भी टुट जाता एक दिन, पर उन्नी देर तक जीवन की रात बीत जाती है, उन्नी देर तक जीवन बतीत हो जाता है। इस साहब ने बात की, कर्महीन मनमुख दुख पावे। जो चंगे कर्मां तो हीना आ, मन का मरीद होकर दुख पाउंदा आ। बिनो करी जे जाना दूर, बाकी ये है ਉਹਦੇ ਸਾਹਮਣੇ ਲੋਕ ਲਾਜ ਜਾਂ ਲੋਕ ਵਿਖਾਵੇ ਲਈ ਕੁਝ ਕਰਨਾ। ਬਾਣੀ ਕਹਿੰਦੀ ਕਾਹਦੇ ਲਈ, ਇਸੇ ਲਈ ਕਰਮਕਾਂਡ ਤੋਂ ਬਾਹਰ ਕੱਢ ਦਿੱਤਾ। ਸਭ ਜ਼ਿਕਰ ਕਰਦੇ ਬਿਨੋ ਕਰੀ ਜੇ ਜਾਣਾ ਦੂਰ, ਮੇਰੀ ਜਾਚੇ ਤੇ ਦੂਰ ਹੈ ਹੀ ਨਹੀਂ। ਜ਼ਰਰੇ ਜ਼ਰਰੇ ਚ ਰਵਿਆ ਹੈ, ਮੈਂ ਕਿਤੇ ਅੱਗੇ ਤਰਲੇ ਲਵਾਂ। ਮੈਨੂੰ ਤੇ ਸਿਰਫ ਆਪਣੇ ਆਪ ਨੂੰ ਸੁਧਾਰਨ ਤੇ ਸਵਾਰਨ ਦੀ ਲੋੜ ਆ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸ਼ੀ ਰਿਹਾ ਭਰਪੂਰ। ਉਹ ਤੇ ਨਾ ਨਾਸ ਹੋਣ ਵਾਲਾ ਹਰ ਵਕਤ ਮੇਰੇ ਅੰਗ ਸੰਗ ਹੈ। ਜਨ ਨਾਨਕ ਗਾਵੇ ਦੇਖ ਹਦੂਰ। ਇਹ ਨਾਨਕ ਜਿਹੜਾ ਹੈ ਉਹਨੂੰ ਗਾਉਂਦਾ ਆ, ਉਹਨੂੰ ਸਲਾਉਂਦਾ ਆ। ਦੇਖ ਹਦੂਰ ਜਦੋਂ ਤੂੰ ਹਾਜ਼ਰ ਨਾਜ਼ਰ ਸਮਝਦਾ ਹੈਗਾ। ਸਾਹਿਬ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਸਾਨੂੰ ਵੀ ਪ੍ਰੇਰਨਾ ਮਿਲੇ ਜੋ ਇਹਨਾਂ ਸ਼ਬਦਾਂ 'ਚ ਆ ਰਹੀ ਹੈ। ਨਾਲ ਹੀ ਕੋਵਿਡ-19 ਦਾ ਜੋ ਉਸ ਤਰੀਕੇ ਨਾਲ ਮਾਹੌਲ ਆ ਲਗਾਤਾਰ ਚੱਲ ਰਿਹਾ, ਤੁਹਾਨੂੰ ਪਤਾ ਆ। ਸਾਡੀ ਅੰਟੈਰੀਓ ਗੌਰਮੈਂਟ ਵੀ ਹੁਣ ਚਾਹ ਰਹੀ ਹੈ ਕਿ ਫੇਸ ਬਾਏ ਫੇਸ ਇਹਨੂੰ ਖੋਲ੍ਹਿਆ ਜਾਏ। ਔਰ ਜੇ ਫੇਸ ਅਸੀਂ ਇੱਕ ਚਾਹ ਰਹੇ ਹਾਂ, 2 ਫੇਸ, ਸੈਕਿੰਡ ਫੇਸ, ਥਰਡ ਫੇਸ, ਫੋਰਥ ਫੇਸ ਦੀ ਗੱਲ ਹੋ ਰਹੀ ਹੈ। तो जो जो जिस तरीके नाल मेजरमेंट्स कह रही है उन्होंने लिया जाए। वर्ल्ड वाइड भी हालात जोड़े ने कुछ सुधरे ने, हाँ, पर संभावना है कि जे विस्तार हो सकता है, इजाफा हो सकता है। बस ये है कि जो साड़ी सारिਆਂ ਦੀ ड्यूटी है उन्होंने फॉलो करिए। नाल दी नाल ये समा मालिक नूं याद करन दा, अरदास करन दा, दाता तरस कर सानू मनुखा नूं सोझी दे, सानू मनुखा नूं तेरा एहसास कदी भुले ना, तो इन्नी क समर्था तो शक्ति दे कि असी इस सारे तो बाहर आ सकीए। इन्नियां बेनतियां नाल खेमा इत्थे समाप्ति कह देना जी। वाहिगुरू जी का खालसा, वाहिगुरू जी की फतेह।